ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅੰਦਰ ਜਿਹੜੇ ਆਤਮਾ ਸਕੀਮ ਦੇ ਕਰਮਚਾਰੀ ਨੇ, ਉਹਨਾਂ ਦਾ ਰੋਸ ਪ੍ਰਦਰਸ਼ਨ ਹੈ ਵਿਭਾਗ ਦੇ ਖਿਲਾਫ, ਪੰਜਾਬ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੇ ਹੋਏ ਨੇ। ਅੱਜ ਤੀਜਾ ਦਿਨ ਹੈ ਧਰਨੇ ਦਾ ਤੇ ਧਰਨਾ ਜਿਹੜਾ ਉਹ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ ਦੇ ਬੈਨਰ ਹੇਠ ਲੱਗਿਆ ਹੋਇਆ। ਕੀ ਮੰਗਾਂ ਨੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪ੍ਰਧਾਨ ਨੇ ਰਮਨ ਜੀ ਸਾਡੇ ਨਾਲ ਗੱਲਬਾਤ ਕਰ ਲੈਣ। ਰਮਨ ਜੀ, ਕੀ ਮੇਨ ਤੁਹਾਡੇ ਡਿਮਾਂਡਸ ਕੀ ਨੇ, ਇਸ਼ੂ ਕੀ ਹੈ? ਸਾਡੀਆਂ ਜਿਹੜੀਆਂ ਡਿਮਾਂਡਸ ਹੈ ਜੀ, ਕੋਈ ਬਾਲੀਆਂ ਖਾਸ ਡਿਮਾਂਡਸ ਨਹੀਂ ਜੀ। ਸਿਰਫ ਸਾਡੀਆਂ ਡਿਮਾਂਡ ਜਿਵੇਂ ਹੈਗੇ, ਸਾਨੂੰ 2 ਮਹੀਨਿਆਂ ਤੋਂ ਇਹਨਾਂ ਨੇ ਤਨਖਾਹ ਨਹੀਂ ਮਿਲ ਰਹੀ ਜੀ। ਪਲੱਸ ਸਾਡਾ ਜਿਹੜਾ 2018 'ਚ ਸਾਡੀ ਪੇ ਰਿਵਾਈਜ਼ਡ ਹੋਈ ਸੀਗੀ, ਉਹਦਾ ਬਣਦਾ ਬਕਾਇਆ 4 ਸਾਲ ਹੋ ਗਏ, ਸਾਨੂੰ ਬਕਾਇਆ ਨਹੀਂ ਦਿੱਤਾ ਇਹਨਾਂ ਨੇ ਜੀ। ਜਿਹੜਾ ਸਾਨੂੰ ਮਿਹਨਤਾਨਾ ਮਿਲਦਾ ਜੀ 10% ਮਿਲਦਾ ਜੀ ਸਾਲ 'ਚ, ਸਾਨੂੰ ਕੋਈ ਟੀਏ ਡੀਏ ਮੈਡੀਕਲ ਵਗੈਰਾ ਸਾਨੂੰ ਹੋਰ ਕੋਈ ਫੈਸਿਲਿਟੀ ਹੈ ਨਹੀਂ। ਸਾਡਾ 2 ਸਾਲਾਂ ਤੋਂ ਇਹਨਾਂ ਨੇ 10% ਵੀ ਨਹੀਂ ਲਾਇਆ ਜੀ। ਸਾਡੀ ਤਨਖਾਹ ਮੰਗ ਹੈਗੀ ਰੈਗੂਲੇਸ਼ਨ ਦੀ। 35,000 ਮੁਲਾਜ਼ਮ ਸਰਕਾਰ ਪੱਕੇ ਕਰ ਰਹੀ ਆ, ਅਸੀਂ ਸਿਰਫ 400 450 ਜਾਣਾ। ਇਹ ਵੀ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਆਪਣੇ ਅੰਡਰ ਸਾਨੂੰ ਪੱਕਾ ਕਰੇ, ਕਿਉਂਕਿ ਡਿਪਾਰਟਮੈਂਟ ਵਿੱਚ 500 ਤੋਂ 600 ਅਸਾਮੀਆਂ ਖਾਲੀ ਪਈਆਂ, ਉਹ ਸੀ ਗ੍ਰੇਡ ਤੇ ਸਾਨੂੰ ਪੱਕਾ ਕੀਤਾ ਜਾਵੇ। ਤੇ ਅੱਜ ਤੁਹਾਡਾ ਤੀਜਾ ਦਿਨ ਹੈ ਜੀ। ਸੁਖਪਾਲ ਖਹਿਰਾ ਵੀ ਆ ਕੇ ਗਏ ਨੇ ਤੇ ਲੱਗਦਾ ਹੈ ਵੀ ਹੁਣ ਜਿਸ ਤਰੀਕੇ ਨਾਲ ਸਿਆਸੀ ਨੇਤਾ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਛੇਤੀ ਫੁੱਲਫਿਲ ਹੋਣਗੀਆਂ ਡਿਮਾਂਡਸ। ਅਸੀਂ ਆਸ ਕਰਦੇ ਹਾਂ ਵੀ ਜੇ ਹਿਸਾਬ ਨਾਲ ਆ ਰਹੇ ਇਹਨਾਂ ਦਾ ਪਹਿਲਾਂ ਧੰਨਵਾਦ ਕਰਦਾ, ਮੋਸਟ ਵੈਲਕਮ ਆ। ਜੋ ਸਾਡੇ ਧਰਨੇ ਸਾਡੀ ਬਾਂਹ ਫੜਨਾ ਚਾਹੁੰਦਾ ਦੁੱਖ ਦੀ ਘੜੀ 'ਚ ਵੀ ਆਉਣ, ਸਾਨੂੰ ਵਿਸ਼ਵਾਸ ਤਾਂ ਲੱਗਦਾ ਵੀ ਹੈ ਨਹੀਂਗਾ ਵੀ, ਕਿਉਂਕਿ ਜੇ ਇੰਨਾ ਹੀ ਸਾਨੂੰ ਵਿਸ਼ਵਾਸ ਆਪ ਸਰਕਾਰ ਤੇ ਹੁੰਦਾ ਵੀ ਤੀਜਾ ਦਿਨ ਤਾਂ ਹੋਣੀ ਨਹੀਂ ਸੀ, ਨੌਬਤ ਹੀ ਨਹੀਂ ਆਉਣੀ ਸੀ, ਕਿਉਂਕਿ ਜਾਇਜ਼ ਮੰਗਾਂ ਤੇ ਅਸੀਂ ਇੱਥੇ ਬੈਠੇ ਹਾਂ। ਪਰ ਫਿਰ ਵੀ ਮੈਂ ਆਸ ਕਰਦਾ ਵੀ ਆਪ ਸਰਕਾਰ ਦਾ ਕੋਈ ਵੀ ਇਹਨਾਂ ਦਾ ਵਿਧਾਇਕ ਜਾਂ ਆ ਕੇ ਸਾਡੀ ਬਾਂਹ ਫੜੇ ਤੇ ਸਾਡੀਆਂ ਮੰਗਾਂ ਪੂਰੀਆਂ ਕਰਨ, ਕਿਉਂਕਿ ਸਾਡੇ 'ਚ ਲੇਡੀਜ਼ ਵਗੈਰਾ ਬਜ਼ੁਰਗ ਸਾਰੇ ਆ, ਬੱਚੇ ਉਹਨਾਂ ਦੇ ਘਰੇ ਛੱਡ ਕੇ ਮਜਬੂਰੀਆਂ ਬਸ ਇੱਥੇ ਆਏ ਆ। ਤੇ ਵੀ ਇਹੀ ਅਸੀਂ ਡਿਮਾਂਡ ਕਰਦੇ ਵੀ ਸ਼ਾਇਦ ਉਹ ਸਾਡੀ ਬਾਂਹ ਫੜਨਗੇ। ਕਦੋਂ ਤੋਂ ਮਸਲਾ ਇਹ ਲਮਕਿਆ ਹੋਇਆ ਜੀ? ਇਹ ਮਸਲਾ 2018 ਤੋਂ ਹੀ ਲਮਕਿਆ ਹੋਇਆ ਹੈ। ਉਦੋਂ ਦਾ ਹੀ ਸਾਡਾ ਬਕਾਇਆ ਸੀਗਾ, ਉਹ ਨਹੀਂ ਮਿਲਿਆ ਤੇ ਅਸੀਂ 26 ਅਗਸਤ ਨੂੰ ਵੀ ਇੱਥੇ ਧਰਨਾ ਲਾਇਆ ਸੀਗਾ ਇੱਕ ਦਿਨ ਦਾ। ਉਦੋਂ ਵੀ ਡਾਇਰੈਕਟਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵਿਦਿਨ 10 ਡੇਜ਼ 'ਚ ਤੁਹਾਡੀਆਂ ਸਾਰਾ ਬਣਦਾ ਬਕਾਇਆ, ਇਨਕਰੀਮੈਂਟ ਸਾਰਾ ਕੁਝ ਤੁਹਾਨੂੰ ਜਾਰੀ ਕਰ ਦਿੱਤਾ ਜਾਊਗਾ। ਪਰ 10 ਮਹੀਨੇ ਹੋ ਗਏ ਸਾਨੂੰ ਮਜਬੂਰਨ ਤਪੇ ਤਪਾਇਆ ਨੂੰ ਇੱਥੇ ਆਉਣਾ ਪਿਆ। ਸਾਡੀ ਇੱਕ ਕਾਲ ਤੇ ਆਇਆ, ਕਿਉਂਕਿ ਸਾਰੇ ਦੁਖੀ ਆ ਜੀ, ਇਹਨਾਂ ਨੂੰ ਤਨਖਾਹਾਂ ਸਾਰੇ ਵਿੱਚ ਬਹੁਤ ਹੈਗੇ ਆ ਜੀ, ਜਿਹੜੇ ਸਿਰਫ ਤਨਖਾਹਾਂ 'ਤੇ ਹੀ ਗੁਜ਼ਾਰਾ ਕਰ ਰਹੇ ਆ ਜੀ। ਤੇ ਇਹ 11 ਤਰੀਕ ਤੋਂ ਸਾਡਾ ਧਰਨਾ ਚੱਲ ਰਿਹਾ, ਇਹ ਲਗਾਤਾਰ ਚੱਲੂ ਜਿੰਨਾ ਚਿਰ ਸਾਡੀਆਂ ਮੰਗਾਂ ਲਿਖਤੀ ਰੂਪ ਸਾਨੂੰ ਜਾਰੀ ਨਹੀਂ ਹੁੰਦੀਆਂ, ਉਹਨਾਂ ਚਿਰ ਇਹ ਧਰਨਾ ਚੱਲਦਾ ਰਹੂ। ਜੇ ਸ਼ਾਮ ਤੱਕ ਅੱਜ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਸ ਧਰਨੇ ਨੂੰ ਅਸੀਂ ਤਿੱਖਾ ਰੂਪ ਦੇਵਾਂਗੇ। ਤੁਸੀਂ ਇੱਕ ਤੁਹਾਡੀ ਮੇਨ ਮੰਗ ਹੈ ਵੀ ਤੁਹਾਨੂੰ ਪੱਕੇ ਕੀਤਾ ਜਾਵੇ। ਡਾਇਰੈਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਹੈ, ਉਹ ਕਹਿੰਦੇ ਨੇ ਕਿ ਜਿਹੜੇ ਐਲੀਜੀਬਲ ਨੇ ਪੱਕੇ ਤਾਂ ਸਿਰਫ ਉਹੀ ਹੋ ਸਕਦੇ ਨੇ। ਸਾਰੇ ਪ੍ਰੋਪਰ ਸਰਕਾਰ ਨੇ, ਜੇ ਐਲੀਜੀਬਲ ਹੈ ਨਹੀਂ ਤਾਂ ਸਰਕਾਰ ਸਾਨੂੰ ਕੰਟਰੈਕਟ ਤੇ ਵੀ ਕਿਉਂ ਰੱਖਦੀ? ਪਹਿਲੀ ਗੱਲ ਤਾਂ ਮੈਨੂੰ ਇਹ ਜਵਾਬ ਦਿਓ ਨਾ, ਇਹਨਾਂ ਨੇ ਰੱਖੇ ਆ, ਡਿਪਾਰਟਮੈਂਟ ਨੇ ਰੱਖਿਆ। ਜੇ ਐਲੀਜੀਬਿਲਟੀ ਨਹੀਂ ਬਣਦੀ ਸੀ ਫਿਰ ਰੱਖੇ ਕਿਉਂ ਜੀ? ਪਹਿਲਾਂ ਮੈਨੂੰ ਇਹ ਚੀਜ਼ ਆ, ਸਾਰੇ BSc ਐਗਰੀਕਲਚਰ ਟੈਕਨੀਕਲਸ ਹੈਗੇ ਆ, ਸਾਰੇ ਪ੍ਰੋਪਰ ਟੈਸਟ ਥਰੂ, ਪ੍ਰੋਪਰ ਚੈਨਲ, ਮੈਡੀਕਲ ਵੈਰੀਫਿਕੇਸ਼ਨ, ਸਾਰਾ ਪੁਲਿਸ ਵੈਰੀਫਿਕੇਸ਼ਨ ਪ੍ਰੋਪਰ ਚੈਨਲ ਥਰੂ ਆਏ ਆ। ਅਸੀਂ ਬਣਦੇ ਹਾਂ, ਅਸੀਂ ਪੱਕੇ ਹੋਣੇ। ਇਹ ਇੱਕ ਉਹੀ ਗੱਲ ਲਾਰਾ ਲਾ ਰਹੇ ਆ, ਸਾਡੇ ਨਾਲ ਪੱਖਪਾਤ ਕਰ ਰਹੇ ਆ ਆਤਮਾ ਸਕੀਮ, ਕਿਉਂਕਿ ਅਸੀਂ ਕੰਟਰੈਕਟ ਤੇ ਆ। ਇਸ ਕਰਕੇ ਸਾਡੇ ਨਾਲ ਪਿਛਲੇ 11 ਸਾਲਾਂ ਤੋਂ ਹੀ ਪੱਖਪਾਤ ਹੁੰਦਾ ਆ ਰਿਹਾ। ਇਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਵੀ ਸਾਡੀ ਪ੍ਰਪੋਜ਼ਲ ਬਣਾ ਕੇ ਤੁਸੀਂ ਸਾਡਾ ਕੇਸ ਡਿਫੈਂਡ ਕਰੋ, ਤੁਸੀਂ ਸਾਡਾ ਕਰ ਸਕਦੇ, ਤੁਸੀਂ ਸਰਕਾਰ ਨੂੰ ਦੱਸੋਗੇ ਫਿਰ ਹੀ ਸਾਡੀ ਆਵਾਜ਼ ਉੱਥੋਂ ਤੱਕ ਤੁਸੀਂ ਪਹੁੰਚਾਓਗੇ। ਪਰ ਇਹ ਸਾਡੇ ਨਾਲ ਪੱਖਪਾਤ ਹੁੰਦਾ ਆ ਰਿਹਾ ਜੀ। ਜਨਰਲ ਸਕੱਤਰ ਮਨਜੀਤ ਸਿੰਘ ਨੇ ਗੱਲਬਾਤ ਕਰਾਂਗੇ। ਮਨਜੀਤ ਜੀ, ਡਾਇਰੈਕਟਰ ਸਾਹਿਬ ਕਹਿ ਰਹੇ ਨੇ ਵੀ ਜਿਹੜੀਆਂ ਤੁਸੀਂ 2-3 ਮਹੀਨੇ ਤੁਹਾਡੀਆਂ ਤਨਖਾਹਾਂ ਨਹੀਂ ਆਈਆਂ, ਤੁਹਾਡਾ ਉਹ ਵੀ ਇੱਕ ਰੋਸ ਹੈ। ਉਹ ਕਹਿੰਦੇ ਨੇ ਵੀ ਹਰ ਸਾਲ ਇਹਨਾਂ ਮਹੀਨਿਆਂ ਦੇ ਵਿੱਚ 2-3 ਮਹੀਨੇ ਡਿਲੇ ਹੁੰਦਾ ਹੈ ਸੈਲਰੀ ਦੇ ਵਿੱਚ, ਕੋਈ ਨਵੀਂ ਗੱਲ ਨਹੀਂ ਗੀ, ਤੇ ਉਸ ਤੋਂ ਬਾਅਦ ਆਉਂਦੀ ਹੈ। ਇਹ ਤਾਂ ਕੋਈ ਕਹਿੰਦੇ ਇਸ਼ੂ ਹੀ ਨਹੀਂਗਾ। ਇਹ ਦੱਸੋ ਜੀ, ਜੇ ਹਰ ਸਾਲ ਇਹ ਹੁੰਦਾ ਤੇ ਹਰ ਸਾਲ 3 ਮਹੀਨੇ ਸਾਡੀਆਂ ਜਿਹੜੀਆਂ ਲੋੜਾਂ ਉਹ ਖਤਮ ਹੋ ਜਾਂਦੀਆਂ? ਦੱਸੋ, ਹਰ ਬੰਦੇ ਦੀ ਪੈਸਾ ਜ਼ਰੂਰਤ ਨਹੀਂ। ਜਿਹੜਾ ਫਾਈਨੈਂਸ਼ੀਅਲ ਈਅਰ ਆ ਉਹਦੇ ਵਿੱਚ ਸਾਰੇ ਹੀ ਸਾਡੇ ਸਾਥੀਆਂ ਨੇ ਬੱਚਿਆਂ ਦੀਆਂ ਫੀਸਾਂ, ਘਰ ਦੇ ਖਰਚੇ ਉਹ ਨਹੀਂ ਚਲਾਉਣੇ। ਉਹ 3 ਮਹੀਨੇ ਉਹ ਕਿਤੋਂ ਬੰਦ ਕਰ ਲੈਣਗੇ? ਉਹਨਾਂ ਦੀਆਂ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਉਹ 3 ਮਹੀਨੇ ਬੰਦ ਹੋ ਜਾਣਗੀਆਂ। ਕੀ ਅਸੀਂ ਉਹ 3 ਮਹੀਨਿਆਂ 'ਚ ਘਰੇ ਬੈਠ ਜਾਂਦੇ ਆ, ਕੰਮ ਤੇ ਨਹੀਂ ਜਾਂਦੇ? ਕਿ ਉਹਨਾਂ 3 ਮਹੀਨਿਆਂ ਦੇ ਵਿੱਚ ਅਸੀਂ ਆਪਦੇ ਮੋਟਰ ਵਹੀਕਲਾਂ ਦੇ ਵਿੱਚ ਤੇਲ ਨਹੀਂ ਫੂਕਦੇ? ਜਦੋਂ ਉਹਨਾਂ 3 ਮਹੀਨਿਆਂ ਦੇ ਵਿੱਚ ਅਸੀਂ ਕੰਮ ਕਰਦੇ ਆ, ਅਸੀਂ ਕੋਈ ਖੈਰਾਤ 'ਚ ਮੰਗ ਰਹੇ ਆ ਇਹਨਾਂ ਤੋਂ 3 ਮਹੀਨਿਆਂ ਦਾ ਮਿਹਨਤਾਂ ਨਾਲ? ਜਦੋਂ ਕੰਮ ਕੀਤਾ ਜਾ ਰਿਹਾ ਤੇ ਫਿਰ ਉਹਦੀ ਅਦਾਇਗੀ ਵੀ ਬਣਦੀ ਆ ਨਾ। ਤੇ ਬਿਲਕੁਲ ਵਾਜਬ ਮੰਗਾਂ ਇਹ ਕੋਈ ਇੱਥੇ ਅਸੀਂ ਕੋਈ ਧੱਕੇਸ਼ਾਹੀ ਜਾਂ ਕੋਈ ਨਜਾਇਜ਼ ਮੰਗ ਨਹੀਂ ਰੱਖੀ। ਇਹ ਜਿਹੜੀ ਆਤਮਾ ਸਕੀਮ ਆ, ਸਾਪਾ ਯੂਨੀਅਨ ਵੱਲੋਂ ਧਰਨੇ ਦੀ ਕਾਲ ਬੜੇ ਬੇਸਬਰੀ ਤੋਂ ਬਾਅਦ ਦਿੱਤੀ ਆ, ਜਦੋਂ ਸਬਰਾਂ ਦੇ ਬੰਨ੍ਹ ਟੁੱਟ ਗਏ। 10 ਮਹੀਨਿਆਂ ਦੇ ਤਕਰੀਬਨ ਪਹਿਲਾਂ ਇੱਥੇ ਧਰਨਾ ਲਗਾਇਆ ਗਿਆ ਸੀਗਾ। ਬਿਲਕੁਲ ਅੱਧੇ ਘੰਟੇ ਦੇ ਵਿੱਚ ਧਰਨਾ ਸਮਾਪਤ ਕਰ ਦਿੱਤਾ ਗਿਆ ਸੀ, ਕਿਉਂਕਿ ਡਾਇਰੈਕਟਰ ਸਾਹਿਬ ਵੱਲੋਂ ਬੜਾ ਪ੍ਰੋਮਿਸ ਕੀਤਾ ਗਿਆ ਸੀ ਕਿ ਵਿਦਿਨ ਵੀਕ ਤੁਹਾਡੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਜਦੋਂ ਕੋਈ ਵੀ ਬੰਦਾ ਤੁਹਾਡੇ ਨਾਲ ਇੰਨਾ ਸੋਲਿਡ ਪ੍ਰੋਮਿਸ ਕਰ ਲੈਂਦਾ ਤੇ ਅਸੀਂ ਵਿਸ਼ਵਾਸ ਕਰ ਲੈਂਦੇ ਆ।
ਚਲੋ ਸਾਡੀ ਕੋਈ ਯੂਨੀਅਨ ਦੀ ਉਦੋਂ ਨੁਮਾਇੰਦਗੀ ਕੋਈ ਹੋਰ ਕਰ ਰਿਹਾ ਸੀ, ਐਨੀ ਹਾਓ ਉਹ ਬੰਦੇ ਪ੍ਰੋਮਿਸ 'ਚ ਆ ਕੇ ਸਾਨੂੰ ਉਹਨਾਂ ਨੇ ਤੋੜ ਦਿੱਤਾ ਇੱਥੋਂ। ਤੇ ਹੋਇਆ ਕੀ ਆ, ਉਹਦੀ ਬਦੌਲਤ ਅੱਜ ਇੱਥੇ ਖੜੇ ਆ। ਜੇ ਉਹ 10 ਮਹੀਨੇ ਪਹਿਲਾਂ ਸਾਡੇ ਇਸ਼ੂ ਰਿਜ਼ੋਲਵ ਹੋ ਜਾਂਦੇ, ਅੱਜ ਅਸੀਂ ਇੱਥੇ ਨਹੀਂ ਹੋਣਾ ਸੀਗਾ। ਔਰ ਵੱਡੀ ਤਰਾਸਦੀ ਇਹ ਦੇਖੋ, ਸਾਡਾ ਸੂਬਾ ਖੇਤੀ ਪ੍ਰਧਾਨ ਆ, ਠੀਕ ਆ। ਖੇਤੀ ਪ੍ਰਧਾਨ ਸੂਬੇ ਦੇ ਵਿੱਚ ਕਿਹੜਾ ਡਿਪਾਰਟਮੈਂਟ ਆ ਜਿਹੜਾ ਉਹਨੂੰ ਅੱਗੇ ਲੈ ਕੇ ਜਾਊਗਾ? ਸਾਡਾ ਮਹਿਕਮੇ ਲੈ ਕੇ ਜਾਊ ਨਾ, ਖੇਤੀਬਾੜੀ ਵਿਭਾਗ। ਅਸੀਂ ਨਿੱਤ ਰੋਜ਼ ਕਿਸਾਨਾਂ ਦੇ ਨਾਲ ਰਾਬਤੇ 'ਚ ਆ, ਉਹਨਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ, ਉਹਨਾਂ ਦੇ ਖੇਤਾਂ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ, ਉਹਨਾਂ ਦੀ ਗੱਲ ਸੁਣਦੇ ਹਾਂ, ਦਿਨ ਰਾਤ ਉਹਨਾਂ ਲਈ ਹਾਜ਼ਰ ਰਹਿੰਦੇ ਆ। ਪਰ ਅੱਜ ਅਸੀਂ ਰੁਲ ਰਹੇ ਹਾਂ। ਜਿਵੇਂ ਕਿ ਸੀਐਮ ਸਾਹਿਬ ਨੇ DSR ਦੀ ਜਿਹੜੀ ਸਕੀਮ ਲਿਆਂਦੀ ਆ, ਉਹਦੇ ਵਿੱਚ ਟਾਰਗੇਟ ਦਿੱਤੇ ਗਏ ਆ ਵੀ ਐਤਕੀ ਆਪਾਂ ਰਕਬਾ 40-50% ਕਰਨਾ ਪੰਜਾਬ ਦਾ। ਤੁਹਾਨੂੰ ਪਤਾ ਪਾਣੀ ਦਾ ਪੱਧਰ ਨਹੀਂ। ਮੈਂ ਇਹੀ ਸਵਾਲ ਕਰਨ ਲੱਗਾ ਸੀ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੜਾ ਜ਼ੋਰ ਦੇ ਰਹੇ ਨੇ, ਅਪੀਲ ਕਰ ਰਹੇ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰੋ, DSR ਜਿਹੜੀ ਟੈਕਨੀਕ ਹੈ ਉਹਨੂੰ ਅਡਾਪਟ ਕੀਤਾ ਜਾਵੇ। ਪਰ ਤੁਸੀਂ ਲੋਕਾਂ ਨੇ ਜਿਹੜਾ ਹੈਗਾ ਇਸ ਟੈਕਨੀਕ ਨੂੰ ਚੰਗੇ ਢੰਗ ਦੇ ਨਾਲ ਇੰਪਲੀਮੈਂਟ ਕਰਵਾਉਣਾ, ਤੁਸੀਂ ਸਾਰੇ ਧਰਨੇ ਤੇ ਹੋ ਤੇ ਉਹ ਵਿਗੜਨਾ ਪਊਗਾ ਜੀ। ਬਿਲਕੁਲ ਜੀ ਬਿਲਕੁਲ। ਤੁਸੀਂ ਆਪ ਦੇਖੋ, ਅਫਸਰ ਥੋੜੋ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਦੇ ਆ, ਡਾਇਰੈਕਟਰ ਸਾਹਿਬ ਜਾ ਕੇ ਕਿਸਾਨਾਂ ਨਾਲ ਗੱਲ ਕਰਨਗੇ ਜਾਂ ਅਸੀਂ ਕਰਾਂਗੇ ਨਾ। ਜਿਹੜੇ ਫੀਲਡ ਵਰਕਰ ਆ, ਸਾਡੇ ਟੱਚ 'ਚ ਨੇ ਕਿਸਾਨ, ਅਸੀਂ ਉਹਨਾਂ ਨੂੰ ਐਨੀ ਹਾਓ ਕਨਵਿੰਸ ਕਰਨਾ ਜਿਵੇਂ ਮਰਜ਼ੀ ਕਰੀਏ। ਪਰ ਜਦੋਂ ਸਾਡਾ ਕੰਮ ਆ, ਅਸੀਂ ਉਹ ਇੱਥੇ ਬੈਠੇ ਆ, ਉਹ ਪੂਰਾ ਕੌਣ ਕਰੂਗਾ? ਅਲਟੀਮੇਟਲੀ ਸਰਕਾਰ ਦੇ ਟਾਰਗੇਟ ਪੂਰੇ ਨਹੀਂ ਹੋਣੇ। ਸਾਡੀਆਂ ਵਾਜਬ ਮੰਗਾਂ ਉਹ ਪੂਰੀਆਂ ਕਰ ਦਿਓ। ਜਿਹੜਾ ਅਸੀਂ ਕੰਟਰੈਕਚੁਅਲ ਤੇ ਆ, ਜਿਹੜੇ ਬੰਦੇ ਸਾਡੇ ਵੱਖ-ਵੱਖ ਸਮਿਆਂ ਤੇ ਯੋਗਤਾ ਦੇ ਆਧਾਰ ਤੇ ਰੱਖੇ ਗਏ ਆ, ਉਹਨਾਂ ਦਾ ਕੀ ਕਸੂਰ ਆ? ਮੰਨ ਲਓ 14 'ਚ ਭਰਤੀ ਹੋਈ ਆ, ਉਹਨਾਂ ਦੀ ਰਿਕੁਆਇਰਮੈਂਟ +2 ਰੱਖਤੀ, ਕੀ ਉਹ 'ਚ 10ਵੀਂ ਵਾਲਾ ਬੰਦਾ ਆ? ਨਹੀਂ ਆਇਆ। ਉਹਦੀ ਜਿਹੜੀ ਯੋਗਤਾ ਬਣਦੀ ਸੀ ਉਹ ਰੱਖ ਲਏ। ਜਿਹੜੇ 17 'ਚ ਆਏ ਆ, ਉਹਨਾਂ ਦਾ ਇਸ਼ਤਿਹਾਰ ਜਾਰੀ ਹੋਇਆ, ਅਸੀਂ ਤੁਹਾਨੂੰ ਉਹ ਇਸ਼ਤਿਹਾਰ ਦਿਖਾ ਸਕਦੇ ਹਾਂ। ਇਸ਼ਤਿਹਾਰ ਜਾਰੀ ਹੋਇਆ, ਅਖਬਾਰ 'ਚ ਪੇਪਰ ਹੋਇਆ, PAU ਦੇ ਵਿੱਚ ਇਸ਼ਤਿਹਾਰ ਤੋਂ ਬਾਅਦ ਕਾਉਂਸਲਿੰਗ ਪ੍ਰੋਪਰ ਸਾਰਾ ਕੁਝ ਹੋ ਕੇ ਅਸੀਂ ਭਰਤੀ ਹੋਏ ਆ। ਫਿਰ ਸਾਡਾ ਕੀ ਦੋਸ਼ ਆ? ਇੱਕ ਪ੍ਰਕਿਰਿਆ ਹੁੰਦੀ ਨਾ ਰੈਗੂਲਰ ਦੀ, ਕਿ ਤੁਸੀਂ ਚੈਨਲ ਥਰੂ ਨਹੀਂ ਆਏ। ਅਸੀਂ ਤਾਂ ਆਲਰੇਡੀ ਚੈਨਲ ਥਰੂ ਆਏ ਆ, ਸਾਡਾ ਕੀ ਦੋਸ਼ ਆ ਕਿ ਕੋਈ ਅੱਗੇ ਕੀ ਅਗਲੀ ਪ੍ਰਕਿਰਿਆ ਕਰੀਏ ਕਿ ਟੈਂਕੀਆਂ 'ਤੇ ਚੜ੍ਹਨਾ ਪਊਗਾ ਸਾਨੂੰ ਵੀ, ਕਿ ਸਾਨੂੰ ਮਰਨ ਵਰਤ ਰੱਖਣੇ ਪੈਣਗੇ, ਸਾਨੂੰ ਆਪਦੇ ਆਪ ਨੂੰ ਅੱਗਾਂ ਲਾਉਣੀਆਂ ਪੈਣਗੀਆਂ? ਇੱਕ ਪੇਪਰ ਆ, ਅਸੀਂ ਪੜ੍ਹ ਕੇ ਪੇਪਰ ਦੇਤਾ, ਇਸ ਤੋਂ ਵੱਧ ਕੀ ਕਰੀਏ? ਜਾਂ ਤਾਂ ਨਾਲ ਸਰਕਾਰ ਇਹ ਵੀ ਇੱਕ ਯੋਗਤਾ ਬਣਾ ਲਓ ਵੀ ਤੁਸੀਂ ਟੈਂਕੀਆਂ 'ਤੇ ਚੜ੍ਹੋ, ਖੰਭਿਆਂ 'ਤੇ ਚੜ੍ਹੋ, ਟਾਵਰਾਂ 'ਤੇ ਚੜ੍ਹੋ, ਸੜਕਾਂ 'ਤੇ ਲੰਮੇ ਪਾਓ, ਨਹਿਰਾਂ 'ਚ ਛਾਲ ਮਾਰੋ, ਫੇਰ ਮੰਨਾਂਗੇ। ਫਿਰ ਤਾਂ ਸਾਨੂੰ ਪਤਾ ਲੱਗ ਜੇ ਮੈਂਟਲੀ ਅਸੀਂ ਉਸ ਚੀਜ਼ ਲਈ ਰੈਡੀ ਹੋ ਜਾਈਏ, ਲੈ ਵੀ ਇਹ ਪੇਪਰ ਦੇਣ ਤੋਂ ਬਾਅਦ ਆਪਾਂ ਨੂੰ ਇਹ ਮੰਗ ਵੀ ਇਹਨਾਂ ਦੀ ਮੰਨਣੀ ਪੈਣੀ ਆ। ਫਿਰ ਬੰਦੇ ਟ੍ਰੇਨ ਹੋ ਜਾਣਗੇ ਫਿਜ਼ੀਕਲੀ, ਮੈਂਟਲੀ ਵੀ। ਡਾਕਟਰ ਸਾਹਿਬ ਇਹ ਵੀ ਕਹਿ ਰਹੇ ਨੇ, ਜਿਵੇਂ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਨਾਲ ਰਾਬਤਾ ਤੁਸੀਂ ਕਰਨਾ, ਪਰ ਤੁਸੀਂ ਇੱਥੇ ਬੈਠੇ ਹੋ, ਉਹ ਕਹਿ ਰਹੇ ਨੇ ਕਿ ਪੂਰੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਪ੍ਰੇਰਿਤ ਕਰੀਏ ਕਿਸਾਨਾਂ ਨੂੰ DSR ਟੈਕਨੀਕ ਅਪਣਾਉਣ। ਤੇ ਉਹ ਕਹਿ ਰਹੇ ਨੇ ਵੀ ਇਹਨਾਂ ਦਾ ਫਰਜ਼ ਬਣਦਾ ਵੀ ਇਹ ਆਪਣੀ ਡਿਊਟੀਆਂ ਨਿਭਾਉਣ, ਤੇ ਇਸ ਵੇਲੇ ਇਸ ਕ੍ਰਿਟੀਕਲ ਟਾਈਮ ਦੇ ਵਿੱਚ ਡਿਊਟੀਆਂ ਛੱਡ ਕੇ ਬੈਠੇ ਨੇ। ਸੰਕੇਤ ਕਰ ਰਹੇ ਨੇ ਕਿ ਹੋ ਸਕਦਾ ਫਿਊਚਰ ਦੇ ਵਿੱਚ ਐਕਸ਼ਨ ਲੈ ਲੈਣ ਤੁਹਾਡੇ ਖਿਲਾਫ। ਕੋਈ ਗੱਲ ਨਹੀਂ ਜੀ, ਸਾਰੇ ਬੰਦੇ ਸਾਡੇ ਤਿਆਰ ਆ। ਸਾਨੂੰ ਵੀ ਪਤਾ, ਜਦੋਂ ਵੀ ਸੰਘਰਸ਼ ਕਰਦੇ ਆ, ਆਪਾਂ ਕੋਈ ਵੀ ਸੰਘਰਸ਼ ਵਿੱਢਦੇ ਆ, ਤੇ ਉਹਦੇ ਵਾਸਤੇ ਆਪਾਂ ਨੂੰ ਤਿਆਰ ਰਹਿਣਾ ਪੈਂਦਾ। ਹਮਲੇ, ਜਿਸ ਵਿਰੁੱਧ ਅਸੀਂ ਧਰਨਾ ਲਾਵਾਂਗੇ, ਉਹਨੇ ਸਾਨੂੰ ਦੁੱਧ ਤਾਂ ਪਿਆਉਣਾ ਨਹੀਂ, ਉਹਨੇ ਸਾਡੇ ਤੇ ਹਮਲਾ ਹੀ ਕਰਨਾ ਸਾਨੂੰ ਬੈਕਫੁੱਟ ਤੇ ਕਰਨ ਲਈ। ਪਰ ਅਸੀਂ ਬੈਕਫੁੱਟ ਤੇ ਹੋਣ ਲਈ ਨਹੀਂ ਆਏ। ਅਸੀਂ ਫੁੱਲੀ ਪ੍ਰਪੇਅਰਡ ਆ, ਮੈਂਟਲੀ ਪ੍ਰਪੇਅਰਡ ਆ। ਸਾਡੀਆਂ ਮੰਗਾਂ ਤੁਹਾਨੂੰ ਮੈਂ ਦੱਸਦਾ, ਤੁਹਾਨੂੰ ਵੀ ਪਤਾ ਲੱਗ ਜੂਗਾ ਕਿੱਡੀਆਂ ਕਿ ਗੈਰ ਵਾਜਬ ਆ ਜਾਂ ਵਾਜਬ ਆ। ਸਾਨੂੰ 3 ਮਹੀਨਿਆਂ ਦੀ ਸੈਲਰੀ ਨਹੀਂ ਮਿਲੀ, 4 ਸਾਲ ਤੋਂ ਸਾਡਾ ਬਕਾਇਆ ਨਹੀਂ ਮਿਲਿਆ। ਬਕਾਇਆ ਮਿਲਣਾ ਛੱਡੋ, ਬਕਾਏ ਤੇ ਕੱਟ ਲਾ ਦਿੱਤਾ ਗਿਆ। ਪਹਿਲਾਂ ਲੈਟਰਾਂ ਕੱਢ ਦਿੱਤੀਆਂ, ਤੁਹਾਡਾ ਇੰਨਾ ਬਣਦਾ, ਫਿਰ ਕਹਿੰਦੇ ਨਹੀਂ ਇੰਨਾ ਨਹੀਂ ਬਣਦਾ, ਇਹ ਘੱਟ ਬਣਦਾ। ਫਿਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ। ਅਸੀਂ ਸਰਕਾਰ ਦੇ ਵਿੱਚ ਕੰਮ ਨਹੀਂ ਕਰ ਰਹੇ। ਜੇ ਕੰਮ ਦੌਰਾਨ ਕੋਈ ਬੰਦੇ ਨੂੰ ਕੋਈ ਦੁਰਘਟਨਾ ਵਾਪਰਦੀ ਆ ਜਾਂ ਪਰਿਵਾਰ ਦੇ ਮੈਂਬਰ ਨੂੰ, ਉਹਦਾ ਜ਼ਿੰਮੇਵਾਰ ਕੌਣ ਆ? ਸਾਨੂੰ ਮੈਡੀਕਲ ਛੁੱਟੀ ਨਹੀਂ ਮਿਲ ਰਹੀ। ਕੰਮ ਸਾਡੇ ਤੋਂ 12 ਘੰਟੇ, ਕੰਮ ਅਸੀਂ 12 ਘੰਟੇ ਕਰ ਰਹੇ ਹਾਂ। ਸ਼ਨੀ ਹੁਣ ਜਿਵੇਂ ਸੀਜ਼ਨ ਆਉਂਦਾ ਕੋਈ ਵੀ, ਜਾਂ ਜਿਵੇਂ ਪਿੱਛੇ ਝੋਨੇ ਦੇ ਪਰਾਲੀ ਨੂੰ ਅੱਗ ਲੱਗਦੀ ਆ, ਨਾੜ ਨੂੰ ਅੱਗ ਲੱਗਦੀ ਆ, ਉਹਦੇ ਵਿੱਚ ਸਭ ਤੋਂ ਵੱਧ ਜੇ ਕੋਈ ਬੰਦਾ ਟਾਰਗੇਟ ਹੁੰਦਾ ਉਹ ਅਸੀਂ ਆ। ਮੁਲਾਜ਼ਮ ਨਹੀਂ ਆਪਣੀਆਂ ਸੀਟਾਂ ਤੋਂ, ਸਾਡੇ ਅਫਸਰ ਨਹੀਂ ਉੱਠ ਕੇ ਜਾਂਦੇ। ਸਾਡੇ ਕਈ ਮੁਲਾਜ਼ਮ ਡੈਮੇਜ ਹੋ ਚੁੱਕੇ ਆ। ਕਿਸਾਨ ਯੂਨੀਅਨ ਨੇ ਘੇਰ ਲਏ, ਅੱਕੇ ਫਾਰਮਰਾਂ ਨੇ ਘੇਰ ਲਏ ਵੀ ਤੁਸੀਂ ਸਾਡੇ ਤੇ ਸਾਡੀ ਲੋਕੇਸ਼ਨ ਟਰੇਸ ਕਰਨ ਆਏ ਹੋ। ਪਰ ਜਦੋਂ ਸਾਨੂੰ ਲੋਕੇਸ਼ਨ ਭੇਜ ਦਿੱਤੀ, ਅਸੀਂ ਖੇਤ 'ਚ ਜਾਣਾ, ਜਦੋਂ ਅਸੀਂ ਜਾਣਾ ਤੇ ਫਿਰ ਉੱਥੇ ਉਦੋਂ ਨਹੀਂ ਸਾਨੂੰ ਸਰਕਾਰ ਨੂੰ ਦਿਸਦਾ ਅਸੀਂ ਕੀ ਕਰ ਰਹੇ ਹਾਂ। ਕੰਮ ਅਸੀਂ ਦਿਨ ਰਾਤ ਦੀ ਸਾਡੀ ਡਿਊਟੀ ਹੈ ਜੀ। ਕੋਈ ਸਾਡੀ ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 5 ਡਿਊਟੀ ਨਹੀਂ ਗੀ। ਸਾਡੀਆਂ ਬਿਲਕੁਲ ਵਾਜਬ ਮੰਗਾਂ, ਸਾਨੂੰ ਸਾਡੀ
ਸੈਲਰੀ ਦੀ ਅਦਾਇਗੀ ਕੀਤੀ ਜਾਵੇ, ਬਕਾਏ ਦੀ ਅਦਾਇਗੀ ਕੀਤੀ ਜਾਵੇ, ਜਿਹੜਾ 10% ਵਾਧਾ ਉਹ ਦਿੱਤਾ ਜਾਵੇ। ਸਾਡਾ ਈਪੀਐਫ ਨਹੀਂ ਕੱਟਿਆ ਜਾ ਰਿਹਾ, ਜੋ ਕਿ ਇੱਕ ਛੋਟੇ ਤੋਂ ਛੋਟੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਕੱਟਿਆ ਜਾਂਦਾ। ਤੇ ਤੁਸੀਂ ਦੇਖੋ ਐਡੀ ਭਰਤੀ ਦੀ ਪ੍ਰਕਿਰਿਆ ਤੋਂ ਹੋਣ ਤੋਂ ਬਾਅਦ ਸਾਡਾ ਈਪੀਐਫ ਵੀ ਨਹੀਂ ਕੱਟਿਆ ਜਾ ਰਿਹਾ। ਅਸੀਂ ਬਿਲਕੁਲ ਆਪਦੀਆਂ ਮੰਗਾਂ ਤੋਂ ਹੀਣੇ ਹੋ ਚੁੱਕੇ ਹਾਂ, ਸਾਨੂੰ ਕੁਝ ਨਹੀਂ ਮਿਲ ਰਿਹਾ। ਅਸੀਂ ਸਿਰਫ ਤੇ ਸਿਰਫ ਇੱਥੇ ਇਹੀ ਧਾਰ ਕੇ ਆਏ ਹਾਂ, ਜੇਕਰ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅਸੀਂ ਉੱਠਣਾ। ਅਸੀਂ ਝੂਠਾ ਲਾਰਾ ਮਿੱਠੀਆਂ ਗੋਲੀਆਂ ਲੈ ਕੇ ਨਹੀਂ ਉੱਠਣ ਵਾਲੇ। ਸਾਡੀ ਕਮੇਟੀ ਨੇ ਪਲੈਨਿੰਗ ਕਰ ਲਈ ਆ, ਸੰਘਰਸ਼ ਨੂੰ ਬਹੁਤ ਜ਼ਿਆਦਾ ਤਿੱਖਾ ਕਰ ਦਾਂਗੇ। ਅਲਟੀਮੇਟਲੀ ਸਰਕਾਰ ਨੂੰ, ਡਾਇਰੈਕਟੋਰੇਟ ਨੂੰ ਮੰਨਣਾ ਹੀ ਪਊਗਾ। ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਪਲੈਨਿੰਗ ਕਰ ਰਹੇ ਆ ਸਾਡੇ ਵਿਰੁੱਧ ਐਕਸ਼ਨ ਕਰਨ ਲਈ, ਅਸੀਂ ਉਹ ਵੀ ਝੱਲਣ ਨੂੰ ਤਿਆਰ ਹਾਂ। ਮੈਮ ਤੁਸੀਂ ਦੱਸੋ ਜੀ ਕੀ ਨਾਮ? ਮਨਦੀਪ ਕੌਰ ਹੈ ਮੈਂ। ਮੈਮ ਜਿਵੇਂ ਤੁਹਾਡੇ ਸਾਥੀ ਨੇ ਦੱਸਿਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਤੁਸੀਂ ਝੇਲਣੀਆਂ ਤੁਹਾਨੂੰ ਪੈਂਦੀਆਂ ਨੇ, ਤੇ ਪਰ ਜਿਸ ਤਰੀਕੇ ਦਾ ਵਤੀਰਾ ਦੇਖ ਰਹੇ ਹੋ, ਸਰਕਾਰ ਦਾ ਹੋਵੇ, ਤੁਹਾਡੇ ਡਿਪਾਰਟਮੈਂਟ ਦਾ ਵੀ ਹੋਵੇ, ਨਵੀਂ ਸਰਕਾਰ ਆਈ ਹੈ, ਲੋਕਾਂ ਨੂੰ ਬੜੀ ਉਮੀਦ ਸੀਗੀ। ਤੇ ਇਹ ਧਰਨੇ ਮੁਜ਼ਾਹਰੇ ਪਹਿਲਾਂ ਵੀ ਲੱਗ ਰਹੇ ਸੀ, ਕਾਂਗਰਸ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੱਗੇ, ਦੇਖਣ ਨੂੰ ਮਿਲੇ ਪਿਛਲੇ ਲਗਭਗ 2 ਸਾਲਾਂ ਦੇ ਵਿੱਚ। ਤੁਹਾਨੂੰ ਬਦਲਾਅ ਨਜ਼ਰ ਆ ਰਿਹਾ ਜੀ? ਜਿਹੜੀ ਤੁਸੀਂ ਸਾਡੀ ਇੱਥੇ ਹਾਲਤ ਦੇਖ ਸਕਦੇ ਹੋ, ਇਹ ਤੋਂ ਤਾਂ ਤੁਹਾਨੂੰ ਆਪ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਬਦਲਾਅ ਕਿੰਨਾ ਕੁ ਹੈ। ਬਾਕੀ ਸਾਡੀ ਮੇਨ ਜਿਹੜੀ ਆ ਮੰਗਾਂ ਹੈਗੀਆਂ ਉਹ ਸਾਡੇ ਡਾਇਰੈਕਟਰ ਸਾਹਿਬ ਤੇ ਜੇਸੀਐਫ ਤੋਂ ਹੈ, ਜਿਨ੍ਹਾਂ ਨੇ ਸਾਡੀ ਇਨਕਰੀਮੈਂਟ 'ਚ ਕੱਟ ਲਾ ਰਹੇ ਹੈ। ਕਿਉਂਕਿ ਇਹਨਾਂ ਨੂੰ ਪਿਛਲੇ ਸਾਲ ਤੋਂ ਪਤਾ ਸੀ, ਪਿਛਲੇ 26 ਅਗਸਤ ਨੂੰ ਇੱਥੇ ਧਰਨਾ ਲਾਇਆ ਸੀ ਇੱਕ ਦਿਨ ਦਾ। ਅਸੀਂ ਸ਼ਾਮ ਨੂੰ 6 ਵਜੇ ਇੱਥੇ ਉੱਠੇ ਸੀ। ਉਦੋਂ ਸਾਨੂੰ ਇਹਨਾਂ ਨੇ ਇਹ ਕਿਹਾ ਕਿ ਹਾਂ ਤੁਹਾਡੇ 2 ਦਿਨਾਂ ਵਿੱਚ ਸਾਰੇ ਇਨਕਰੀਮੈਂਟ ਸਭ ਕੁਝ ਪਾ ਦਿੱਤਾ ਜਾਊਗਾ। ਪਰ ਉਸ ਤੋਂ ਬਾਅਦ ਆਹ ਦੇਖ ਲਓ ਹੁਣ 1 ਸਾਲ ਵਾਂਗੂ ਮਈ ਆ ਗਈ ਹੈ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਡਾਇਰੈਕਟਰ ਸਾਹਿਬ ਹਜੇ ਵੀ ਉਸੇ ਗੱਲ ਤੇ ਅੜੇ ਹੈ, ਜੇਸੀਐਫ ਨਾਲ ਤੁਹਾਡੀ ਕੈਲਕੂਲੇਸ਼ਨ ਕਰਾਂਗੇ, ਇਹ ਕਰਾਂਗੇ। ਇਹਨਾਂ ਨੂੰ 1 ਸਾਲ ਤੋਂ ਕੋਈ ਕੈਲਕੂਲੇਸ਼ਨ ਨਹੀਂ ਹੋਈ ਜਾਂ ਕਿ ਇਹਨਾਂ ਨੂੰ ਪਤਾ ਨਹੀਂ ਹੈ। ਫਿਰ ਜਦੋਂ ਕੋਈ ਸਾਡੇ ਡਿਪਾਰਟਮੈਂਟ ਤੋਂ ਉੱਥੋਂ ਕੋਈ ਇਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਹਾਂ ਸਾਡੇ ਆਤਮਾ ਸਟਾਫ ਦੀ ਸੈਲਰੀ ਨਹੀਂ ਪਈ, ਕਹਿਣਗੇ ਮੈਨੂੰ ਤਾਂ ਪਤਾ ਹੀ ਨਹੀਂ ਹੈ ਇਹਨਾਂ ਦੀ ਸੈਲਰੀ ਨਹੀਂ ਪਈ। ਇੱਕ ਡਾਇਰੈਕਟਰ ਬੰਦਾ ਇੰਨੇ ਵੱਡੇ ਅਹੁਦੇ ਤੇ ਬਹਿ ਕੇ ਜੇ ਇਹ ਗੱਲ ਕਹਿ ਰਿਹਾ ਤਾਂ ਤੁਸੀਂ ਦੇਖੋ ਵੀ ਆਪਾਂ ਕਿੱਥੇ ਖੜੇ ਹਾਂ। ਸਾਡੀਆਂ ਮੰਗਾਂ ਤਾਂ ਦੂਰ, ਇਹ ਸਾਡੀ ਗੱਲ ਵੀ ਨਹੀਂ ਸੁਣਦੇ। ਰਾਤ ਤਾਂ ਸਾਡੇ ਨਾਲ ਇਹਨਾਂ ਨੇ ਇੰਨੀ ਬੁਰੀ ਕੀਤੀ ਕਿ ਆਹ ਦਰਵਾਜ਼ੇ ਬੰਦ ਕਰਤੇ, ਅੰਦਰ ਵਾਸ਼ਰੂਮ ਹੈ, ਪਾਣੀ ਹੈ, ਅਸੀਂ ਇੱਥੇ ਭੁੱਖੇ ਪਿਆਸੇ ਬੈਠੇ ਰਹੇ ਪਰ ਇਹਨਾਂ ਨੇ ਆਹ ਦਰਵਾਜ਼ੇ ਵੀ ਨਹੀਂ ਖੋਲੇ। ਤੁਸੀਂ ਦੱਸੋ ਮੈਮ ਕੀ ਨਾਮ? ਮੇਰਾ ਨਾਮ ਸਿਮਰਨਜੀਤ ਕੌਰ ਹੈ। ਮੈਂ ਤਾਂ ਇਹ ਪੁੱਛਣਾ ਚਾਹਾਂਗੀ, ਮੈਟਰਨਿਟੀ ਲੀਵ ਜਿਹਨੂੰ ਪ੍ਰਸੂਤਾ ਛੁੱਟੀ ਕਿਹਾ ਜਾਂਦਾ ਹੈ, ਉਹ ਹਰੇਕ ਮੁਲਾਜ਼ਮ ਨੂੰ 6 ਮਹੀਨੇ ਦੀ ਮਿਲਦੀ ਹੈ, ਹਰੇਕ ਲੇਡੀ ਸਟਾਫ ਨੂੰ। ਸਾਨੂੰ ਕਾਹਤੇ 3 ਮਹੀਨੇ ਦੀ ਮਿਲਦੀ ਹੈ? ਦੱਸੋ, ਸਾਡੇ ਕਿਆ ਬੱਚੇ ਨਹੀਂ? ਉਹਨਾਂ ਨੂੰ ਕਿਆ ਕੇਅਰ ਦੀ ਲੋੜ ਨਹੀਂ? 3 ਮਹੀਨੇ ਬਾਅਦ ਜਦੋਂ ਤੀਜੇ ਮਹੀਨੇ ਦਾ ਚੌਥੇ ਮਹੀਨੇ ਦਾ ਪਹਿਲਾ ਦਿਨਾਂ ਦਾ ਜਦੇ ਅਸੀਂ ਚਲ ਜਾਂਦੇ ਹਾਂ, ਆਪਣਾ ਜਾ ਕੇ ਬਹਿ ਜਾਂਦੇ ਹਾਂ। ਕਿਉਂ? ਸਾਡੇ ਨਾਲ ਕਿਉਂ ਧੱਕਾ ਹੋ ਰਿਹਾ ਹੈ? ਸਾਨੂੰ ਕੋਈ ਚਾਈਲਡ ਕੇਅਰ ਲੀਵ ਕਿਉਂ ਨਹੀਂ ਮਿਲਦੀ? ਚਾਈਲਡ ਕੇਅਰ ਲੀਵ ਸਾਡੇ ਵੀ ਬੱਚੇ ਆ, ਉਹਨਾਂ ਨੂੰ ਵੀ ਕੇਅਰ ਦੀ ਜ਼ਰੂਰਤ ਆ, ਉਹ ਕਿਉਂ ਨਹੀਂ ਮਿਲਦੀ? ਸਾਨੂੰ ਇਹ ਦੱਸਿਆ ਜਾਵੇ, ਸਾਡੇ ਨਾਲ ਇੰਨਾ ਧੱਕਾ ਕਿਉਂ ਕੀਤਾ ਜਾ ਰਿਹਾ? ਸਾਰੀ ਰਾਤ ਅਸੀਂ ਦਿਨ ਰਾਤ ਤੀਜਾ ਦਿਨ ਅੱਜ ਸਾਡਾ ਇੱਥੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਆ ਕਿ ਸਾਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ, ਅਸੀਂ ਵਾਸ਼ਰੂਮ ਨਹੀਂ ਜਾਣਾ। ਇੱਕ ਲੇਡੀਜ਼ ਦੀ ਸਿੰਪਥੀ ਕਰ ਲੈਣ। ਸਾਨੂੰ ਦੱਸੋ ਸਾਡੇ ਨਾਲ ਇੱਦਾਂ ਧੱਕਾ ਕਿਉਂ ਕੀਤਾ ਜਾ ਰਿਹਾ? ਸਾਡੀਆਂ ਮੰਗਾਂ ਉੱਪਰ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਅਸੀਂ ਤੁਹਾਡੀ ਚੈਨਲ ਦੇ ਥਰੂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਸਾਡੀਆਂ ਮੰਗਾਂ ਤੁਸੀਂ ਉੱਤੇ ਤੱਕ ਲੈ ਕੇ ਜਾਓ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਹਜੇ ਵੀ ਅਸੀਂ ਰੁਲੀ ਜਾਂਦੇ ਹਾਂ। ਅਸੀਂ ਐਮਐਸਸੀ ਕੀਤੀ ਹੋਈ ਹੈ, ਨੈਟ ਪਾਸ ਹੈ, ਪ੍ਰੋਪਰ ਚੈਨਲ ਦੇ ਥਰੂ ਇੱਥੇ ਆਏ ਹਾਂ ਪਾਸ ਕਰਕੇ ਪੇਪਰ, ਤਾਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੈ, ਅਸੀਂ ਉਵੇਂ ਹੀ ਰੁਲ ਰਹੇ ਹਾਂ। ਅਸੀਂ ਅੱਜ ਅਗਰ ਇੱਥੇ ਬੈਠੇ ਵੀ ਆ, ਸਾਡੀ ਛੁੱਟੀਆਂ ਲੱਗ ਰਹੀਆਂ, ਅੱਜ ਸਾਡੀ ਤੀਜੀ ਛੁੱਟੀ ਲੱਗ ਰਹੀ ਹੈ, ਅਸੀਂ ਕਿਆ ਘਰ ਬੈਠੇ ਹਾਂ? ਅਸੀਂ ਦਿਨ ਰਾਤ ਹੋ ਰਹੀ ਕੀਤਾ ਹੋਇਆ ਤਾਂ ਵੀ ਸਾਡੀ ਛੁੱਟੀ ਲੱਗ ਰਹੀ ਹੈ। ਕਿਉਂ? ਸਾਡੀਆਂ ਹਾਜ਼ਰੀਆਂ ਲੱਗ ਰਹੀਆਂ, ਅਸੀਂ ਸਾਹਮਣੇ ਬੈਠੇ ਹਾਂ, ਸਾਡੀ ਛੁੱਟੀ ਕਿਉਂ ਲੱਗੀ ਜਾ ਰਹੀ ਹੈ? ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਜੇ ਤੁਸੀਂ ਇੱਥੇ ਬੈਠੋਗੇ ਤਾਂ ਤੁਹਾਡੇ ਖਿਲਾਫ ਹਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕਰੀ ਜਾਊਗੀ। ਮੇਰੀ ਡੀਐਸਆਰ ਦੇ ਵਿੱਚ ਡਿਊਟੀ ਲਾਈ ਗਈ ਹੈ, ਮੇਰੇ ਕੋਲ ਡਿਊਟੀ ਦੀ ਲੈਟਰ ਕਾਪੀ ਹੈ। ਮੈਨੂੰ ਡਿਪਾਰਟਮੈਂਟ ਤੋਂ ਫੋਨ ਆ ਰਿਹਾ, ਮੈਡਮ ਤੁਹਾਡੀ ਟ੍ਰੇਨਿੰਗ ਹੈ। ਉਹਨਾਂ ਨੂੰ ਕੀ ਪਤਾ ਨਹੀਂ ਮੈਂ ਇੱਥੇ ਧਰਨੇ ਤੇ ਬੈਠੀ ਹਾਂ ਕਿ ਮੈਂ ਡੀਐਸਆਰ ਦੀ ਡਿਊਟੀ ਦੇਵਾਂ ਜਾ ਕੇ। ਇਹਨਾਂ ਸਾਡੇ ਨਾਲ ਪੂਰਾ ਧੱਕਾ ਹੁੰਦਾ, ਡਿਪਾਰਟਮੈਂਟ ਤੋਂ ਲੈ ਕੇ ਇੱਥੋਂ ਤੱਕ ਸਾਰੇ ਕਿਤੇ ਧੱਕਾ ਹੁੰਦਾ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੈ। ਬਾਪੂ ਜੀ ਤੁਸੀਂ ਦੱਸੋ ਜੀ ਕੀ ਨਾਮ? ਜੀ ਮੇਰਾ ਜਰਾ ਸਿੰਘ ਜੀ, ਬੀਟੀਐਮ ਤਲਵੰਡੀ ਸਾਬੋ। ਤੇ ਵੈਸੇ ਕਹਿਣਾ ਤਾਂ ਹੁਣ ਤੁਸੀਂ ਦੇਖ ਹੀ ਲਿਆ ਵੀ ਮੈਡਮ ਮਤਲਬ ਕਿ ਲੇਡੀਜ਼ ਕਿੰਨੀਆਂ ਔਖੀਆਂ ਨੇ, ਤੇ ਜਿਹੜਾ ਹੈਗਾ ਸਾਡਾ ਸ਼ੋਸ਼ਣ ਹੈ ਜਿਹੜਾ ਹੈ ਉਹ ਕਿਸ ਤਰ੍ਹਾਂ ਹੋ ਰਿਹਾ ਹੈ। ਤੇ ਨਾਲੇ ਕੰਮ ਵੀ ਮਤਲਬ ਕਿ ਬਹੁਤ ਜ਼ਿਆਦਾ ਕੰਮ ਤਾਂ ਹੁਣ ਕਰਨਾ ਹੀ ਕਰਨਾ ਜਦੋਂ ਡਿਊਟੀ ਲੱਗੀ ਹੋਈ ਹੈ, ਪਰ ਜਿਹੜਾ ਜਿੰਨਾ ਕੰਮ ਅਸੀਂ ਕੀਤਾ ਹੋਇਆ ਉਹਦਾ ਮਿਹਨਤਾਂ ਨਾਲ ਤਾਂ ਸਾਡਾ ਹੱਕ ਬਣਦਾ। ਜਿਹੜੀਆਂ ਵੀ ਸਾਡੀਆਂ ਮਤਲਬ ਕਿ ਵਾਜਬ ਮੰਗਾਂ ਨੇ ਉਹਨਾਂ ਵਾਸਤੇ ਅਸੀਂ ਇੱਥੇ ਖੜੇ ਹਾਂ, ਜੋ ਕਿ ਮਤਲਬ ਕਿ ਮਨਜ਼ੂਰ ਕਰਨ ਵਾਲੀਆਂ ਨੇ। ਕਿਉਂ ਉਹ ਮਨਜ਼ੂਰ ਕਰਨ ਦਾ ਮਤਲਬ ਕਿ ਜੇ ਜਿਹੜੀਆਂ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਕਿ ਹਰੇਕ ਮੁਲਾਜ਼ਮ ਨੂੰ ਤਨਖਾਹ 5 ਤਰੀਕ ਤੋਂ ਪਹਿਲਾਂ ਮਿਲ ਜਾਂਦੀ ਹੈ, ਤੁਹਾਨੂੰ ਵੀ ਪਤਾ ਹੀ ਹੈ ਵੀ ਇੱਕ ਸਾਡਾ 4 ਸਾਲ ਦਾ ਪਿਛਲੇ 4 ਸਾਲ ਦਾ ਬਕਾਇਆ ਉਹ ਰਹਿੰਦਾ, 10% ਸਾਡਾ ਇਨਕਰੀਮੈਂਟ ਲੱਗਣਾ ਸੀ ਉਹ ਰਹਿੰਦਾ ਹੈ। ਬਾਕੀ ਜਿਹੜਾ ਸਾਡਾ ਕੋਈ ਰਿਟਾਇਰਮੈਂਟ ਤੋਂ ਬਾਅਦ ਜੇ ਕੋਈ ਪੈਨਸ਼ਨ ਨਹੀਂ ਹੈ ਉਹ ਵੀ ਹੈ ਨਹੀਂ, ਤੇ ਸਾਡਾ ਪੀਐਫ ਉਹ ਵੀ ਕੱਟਿਆ ਨਹੀਂ ਜਾਂਦਾ। ਇਹਦਾ ਮਤਲਬ ਕਹਿਣ ਦਾ ਮਤਲਬ ਇਹ ਮਤਲਬ ਹੈ ਜਿੰਨਾ ਹੁਣ ਸਾਨੂੰ ਇਸ ਟਾਈਮ ਮਿਲਦਾ, ਜਦੋਂ ਸਾਡੀ ਰਿਟਾਇਰਮੈਂਟ ਹੋਊਗੀ ਸਾਨੂੰ ਉਵੇਂ ਜਿਕਰੀ ਸਾਨੂੰ ਘਰੇ ਬੈਠਣਾ ਪਊਗਾ। ਉਸ ਤੋਂ ਬਾਅਦ ਵੀ ਸਾਡਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਊਗਾ। ਤੇ ਮੁਸ਼ਕਿਲ ਸਾਡਾ ਹੁਣ ਵੀ ਹੈ। ਮੈਂ ਪਿਛਲੇ 11 ਸਾਲ ਤੋਂ ਜਿਹੜਾ ਹੈਗਾ ਆਤਮਾ 'ਚ ਭਰਤੀ ਹਾਂ,
ਤੇ ਮੈਂ 11 ਸਾਲਾਂ ਦੇ ਵਿੱਚ ਸਾਲ ਭਰ 12 ਮਹੀਨੇ ਸਾਲ ਦੇ ਵਿੱਚ ਹੁੰਦੇ ਆ 12 ਕਦੇ ਵੀ 1 ਮਹੀਨੇ ਦੀ ਤਨਖਾਹ ਨਹੀਂ ਦਿੱਤੀ ਹੋਈ ਵੀ ਮਹੀਨੇ ਬਾਅਦ ਤਨਖਾਹ ਮਿਲ ਗਈ, ਕਦੇ 4 ਮਹੀਨਿਆਂ ਦੀ ਤਨਖਾਹ ਮਿਲਦੀ ਹੈ, ਕਦੇ 5 ਮਹੀਨਿਆਂ ਦੀ ਤਨਖਾਹ ਮਿਲਦੀ ਹੈ। ਇਹੀ ਮਤਲਬ ਕਿ ਸਹੀ ਨਜਾਇਜ਼ ਜਿਹੜੇ ਮਤਲਬ ਕਿ ਨਜਾਇਜ਼ ਜਿਹੜੇ ਥਾਣੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਵਾਸਤੇ ਅਸੀਂ ਇੱਥੇ ਧਰਨਾ ਲਾਇਆ। ਬਿਲਕੁਲ ਜੀ, ਇਹ ਧਰਨੇ ਦੇ ਉੱਤੇ ਜਿਹੜੇ ਮੁਲਾਜ਼ਮ ਬੈਠੇ ਨੇ ਜੀ, ਇਹਨਾਂ ਨੂੰ ਅਸੀਂ 2 ਦਿਨ ਹੋ ਗਏ ਬੁਲਾਇਆ ਵੀ ਸੀਗਾ। ਫਾਈਨਾਂਸ ਡਿਪਾਰਟਮੈਂਟ ਨਾਲ ਅਸੀਂ ਇਹਨਾਂ ਦੀ ਗੱਲ ਵੀ ਕਰਾਈ ਹੈ ਔਰ ਇਹਨਾਂ ਦੀਆਂ ਜਿਹੜੀਆਂ ਜੈਨੂਇਨ ਡਿਮਾਂਡਸ ਨੇ ਉਹਨਾਂ ਨੂੰ ਅਸੈਪਟ ਵੀ ਕਰ ਲਿਆ। ਬਟ ਇਹ ਕਿਉਂਕਿ 2018 ਤੋਂ ਲੈ ਕੇ ਪੁਰਾਣਾ ਕੁਝ ਏਰੀਅਰ ਹੈਗਾ ਜਿਹੜਾ ਕਿ ਫਾਈਨਾਂਸ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਕਿ ਇਹਨਾਂ ਦਾ ਏਰੀਅਰ ਨਹੀਂ ਬਣਦਾ, ਇਹ ਸਾਨੂੰ ਉਹ ਉਸ ਮੰਗ 'ਤੇ ਅੜੇ ਹੋਏ ਨੇ। ਅਸੀਂ ਇਹਨਾਂ ਨੂੰ ਇਹ ਵੀ ਕਹਿਤਾ ਕਿ ਉਸ ਮੰਗ ਲਈ ਅਸੀਂ ਤੁਹਾਡਾ ਕੇਸ ਦੁਬਾਰਾ ਫਾਈਨਾਂਸ ਡਿਪਾਰਟਮੈਂਟ ਨੂੰ ਭੇਜ ਰਹੇ ਹਾਂ, ਲੇਕਿਨ ਉਸ ਗੱਲ 'ਤੇ ਅੜੇ ਹੋਏ ਨੇ। ਜਿਸ ਤੱਕ ਇਹਨਾਂ ਦੀ 2 ਮਹੀਨਿਆਂ ਦੀ ਪੇ ਹੈ ਉਹ ਹਰ ਸਾਲ ਹੀ ਜਦੋਂ ਭਾਰਤ ਸਰਕਾਰ ਦੀ ਸਕੀਮ 'ਚ, ਕਿਉਂਕਿ ਇਹਨਾਂ ਨੂੰ ਕੰਟਰੈਕਟ 'ਤੇ ਰੱਖਿਆ ਹੋਇਆ, ਆਰਜੀ ਤੌਰ 'ਤੇ ਰੱਖਿਆ ਹੋਇਆ, ਤਾਂ ਇਹਨਾਂ ਦੀ ਹਰ ਸਾਲ ਜਿਹੜੀ ਹੈ ਮਾਰਚ ਅਪ੍ਰੈਲ ਦੇ ਵਿੱਚ ਜਿਹੜੀ ਤਨਖਾਹ ਹੈ 2 ਮਹੀਨਿਆਂ ਦੀ ਲੇਟ ਹੁੰਦੀ ਹੈ, ਉਹ ਇਸ ਸਾਲ ਵੀ ਲੇਟ ਹੋਈ ਹੈ। ਤਾਂ ਉਹ ਹੋਰ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਦੇ ਦਿੱਤੀ ਜਾਊਗੀ। ਤੇ ਜਿਹੜਾ ਇਹਨਾਂ ਨੇ ਇੱਕ ਸਾਨੂੰ ਹੋਰ ਆਪਦੀ ਮੰਗ ਰੱਖੀ ਹੈ ਕਿ ਸਾਨੂੰ ਪੱਕੇ ਮੁਲਾਜ਼ਮਾਂ ਵਾਲੇ ਪਾਸੇ ਅਸੀਂ ਇਹਨਾਂ ਨੇ ਮੈਮੋਰੰਡਮ 'ਚ ਲਿਖ ਕੇ ਦਿੱਤਾ ਹੈ, ਉਹ ਵੀ ਅਸੀਂ ਸਰਕਾਰ ਨੂੰ ਭੇਜ ਰਹੇ ਹਾਂ ਤਾਂ ਜੋ ਇਹਨਾਂ ਦਾ ਕੇਸ ਜਿੰਨੇ ਵੀ ਇਹ ਮੁਲਾਜ਼ਮ ਸਾਡੀ ਕੁਆਲੀਫਿਕੇਸ਼ਨ ਰੱਖਦੇ ਨੇ ਸਹੀ, ਉਹਨਾਂ ਨੂੰ ਇਹ ਸਾਡੇ ਜਿਹੜੀ ਵੀ ਕੈਟਾਗਰੀ ਦੇ ਅਗੇਂਸਟ ਕਰ ਸਕਦੇ ਨੇ, ਉਹ ਅਸੀਂ ਸਰਕਾਰ ਨੂੰ ਕੇਸ ਭੇਜ ਰਹੇ ਹਾਂ। ਖਹਿਰਾ ਸਾਹਿਬ ਨਾਲ ਵੀ ਇਹੀ ਗੱਲ ਹੋਈ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ। ਖਹਿਰਾ ਸਾਹਿਬ ਨੂੰ ਦੱਸਤਾ ਵੀ ਜਿਹੜੀ ਮੰਗ ਇਹਨਾਂ ਦੀ ਜੈਨੂਇਨ ਹੈ ਉਹ ਅਸੀਂ ਮੰਨਣ ਨੂੰ ਤਿਆਰ ਹਾਂ, ਪਰ ਜਿਹੜੀ ਹੁਣ ਇਹਨਾਂ ਦਾ ਏਰੀਅਰ ਫਾਈਨਾਂਸ ਡਿਪਾਰਟਮੈਂਟ ਨੂੰ ਅਸੀਂ ਕਿਹਾ ਵੀ ਦੁਬਾਰਾ ਰੀਕਨਸੀਡਰ ਕਰਨ ਲਈ ਭੇਜ ਦਿੰਦੇ, ਜਿਹੜਾ ਕਿ ਇਹਨਾਂ ਨੇ ਨਾ ਹੋਇਆ ਸੀਗਾ ਉਹ ਅਸੀਂ ਦੁਬਾਰਾ ਕੰਸੀਡਰ ਕਰਨ ਲਈ ਭੇਜਾਂਗੇ। ਤੇ ਜਦੋਂ ਤੱਕ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਕਿ ਸਾਨੂੰ ਪੱਕਿਆਂ ਕਰੋ, ਉਹ ਵੀ ਕੇਸ ਅਸੀਂ ਸਰਕਾਰ ਨੂੰ ਬਣਾ ਕੇ ਭੇਜ ਰਹੇ ਹਾਂ। ਤਾਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ, ਕੱਲ੍ਹ ਵੀ ਪਰਸੋਂ ਵੀ ਗੱਲਬਾਤ ਹੋਈ ਹੈ, ਲੇਕਿਨ ਇਹਨਾਂ ਦਾ ਕੁਛ ਇਹਨਾਂ ਦੇ ਮੁਲਾਜ਼ਮ ਜਿਹੜੇ ਆ ਉਹ ਸਹਿਮਤ ਹੈ ਇਸ ਗੱਲ ਨਾਲ ਵੀ ਠੀਕ ਹੈ ਵੀ ਆਪਾਂ ਕਰ ਲਈਏ ਇਹ, ਪਰ ਕੁਛ ਇਹਨਾਂ 'ਚ ਮੁਲਾਜ਼ਮ ਇਹਨਾਂ ਦਾ ਪਤਾ ਨਹੀਂ ਕੀ ਮੰਤਵ ਹੈ। ਹਾਂ ਬਿਲਕੁਲ ਸਹਿਮਤ ਹੋ ਕੇ ਗਏ। ਖਹਿਰਾ ਜੀ ਆਏ ਸੀਗੇ, ਉਹ ਇਹਨਾਂ ਦੀ ਸਪੋਰਟ 'ਤੇ ਆਏ ਸੀਗੇ ਤੇ ਉਹਨਾਂ ਨੂੰ ਮੈਂ ਸਾਰੀ ਗੱਲ ਕਨਵਿੰਸ ਕਰਾਈ ਹੈ ਤੇ ਉਹ ਕਨਵਿੰਸ ਹੋ ਗਏ ਨੇ ਔਰ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਹੈ ਵੀ ਤੁਸੀਂ ਧਰਨਾ ਚੁੱਕੋ। ਪਰ ਇਹ ਜਿਹੜੇ ਸੈਲਰੀਜ਼ ਤੇ ਏਰੀਅਰ ਵਾਲੇ ਇਸ਼ੂ ਤੇ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜਾਰੀ ਹੋ ਗਿਆ ਸੀ, ਡਿਪਾਰਟਮੈਂਟ ਨੇ ਜਾਣਬੁੱਝ ਕੇ ਨਹੀਂ ਜੀ ਨਹੀਂ, ਜਿਨ੍ਹਾਂ ਮੁਲਾਜ਼ਮਾਂ ਦਾ ਏਰੀਅਰ ਬਣਦਾ ਸੀ ਉਹਨਾਂ ਨੂੰ ਏਰੀਅਰ ਦੇ ਦਿੱਤਾ ਗਿਆ ਸੀਗਾ। ਸਿਰਫ ਕੁਝ ਮੁਲਾਜ਼ਮਾਂ ਦਾ ਜਿਨ੍ਹਾਂ ਦੀ ਪੇ ਇਨਕਰੀਜ਼ ਹੋਈ ਸੀ 10,000 ਤੋਂ ਇਹਨਾਂ ਦੀ 15,000 ਤੋਂ ਪੇ 25,000 ਇਨਕਰੀਜ਼ ਹੋਈ ਸੀ, ਉਦੋਂ ਇਹਨਾਂ ਦੀ ਜੋ ਇਨਕਰੀਮੈਂਟ ਫਾਈਨਾਂਸ ਡਿਪਾਰਟਮੈਂਟ ਨੇ ਜਿੰਨੀ ਕਹੀ ਹੈ ਉਹਨਾਂ ਨੂੰ ਦੇ ਦਿੱਤੀ ਗਈ ਸੀ। ਪਿਛਲੇ ਸਮੇਂ 'ਚ ਇਹ ਜਿੱਦ ਕਰਨ ਕਰਕੇ ਇਹਨਾਂ ਦੀ ਇਨਕਰੀਮੈਂਟ ਦਾ ਥੋੜ੍ਹਾ ਜਿਹਾ ਇਸ਼ੂ ਚੱਲ ਰਿਹਾ ਹੈ। ਉਹ ਇਨਕਰੀਮੈਂਟ ਦੇ ਦਾਂਗੇ ਅਸੀਂ, ਇਨਕਰੀਮੈਂਟ ਦਾ ਕੋਈ ਇਸ਼ੂ ਨਹੀਂਗਾ, ਹੁਣ ਇਨਕਰੀਮੈਂਟ ਲਾ ਕੇ ਹੀ ਤਨਖਾਹ ਦੇਾਂਗੇ ਜਦੋਂ ਦੇਣ। ਸਰ ਉਹਨਾਂ ਨੇ ਮੰਗ ਕੀਤੀ ਹੈ ਕਿ ਟੀਏਜੀਏ ਸਾਨੂੰ ਬਾਕੀ ਕਰਮਚਾਰੀਆਂ ਨੂੰ ਨਹੀਂ ਮਿਲਦਾ, ਮੈਡੀਕਲ ਸਾਨੂੰ ਉਸ ਤਰੀਕੇ ਨਾਲ ਨਹੀਂ ਮਿਲਦਾ, ਕਿ ਉਹ ਵੀ ਤੁਸੀਂ ਧਿਆਨ 'ਚ ਰੱਖਿਆ? ਬਿਲਕੁਲ, ਉਹ ਵੀ ਅਸੀਂ EPF ਇਹਨਾਂ ਦਾ ਜਿਹੜਾ ਪਿਛਲੇ ਸਮੇਂ 'ਚ ਨਹੀਂ ਹੋਇਆ ਸੀਗਾ ਉਹਦਾ ਵੀ ਅਸੀਂ ਕੇਸ ਤਿਆਰ ਕਰਕੇ EPF ਦਾ ਤੇ ਮੈਡੀਕਲ ਦਾ ਵੀ ਅਸੀਂ ਕਰ ਰਹੇ ਹਾਂ ਤਾਂ ਜੋ ਇਹਨਾਂ ਨੂੰ ਉਹੀ ਸੁਰੱਖਿਆ ਜਿਹੜੀ ਦੂਜੇ ਕੰਟਰੈਕਟ ਮੁਲਾਜ਼ਮਾਂ ਨੂੰ ਮਿਲਦੀ ਹੈ ਇਹਨਾਂ ਨੂੰ ਮਿਲੇ। ਤੁਸੀਂ ਕਿਹਾ ਕਿ ਜਿੱਦ ਕਰਕੇ ਇਨਕਰੀਮੈਂਟ ਨਹੀਂ ਲੱਗਿਆ, ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਦੱਸਿਓ। ਇਸ ਤਰ੍ਹਾਂ ਇਹ ਨਾ ਜਦੋਂ ਇਹਨਾਂ ਨੇ ਫਾਈਨਾਂਸ ਡਿਪਾਰਟਮੈਂਟ ਨਾਲ ਬੈਠ ਕੇ ਇਹਨਾਂ ਦੀ ਕਨਵਰਸੇਸ਼ਨ ਹੋਈ, ਫਾਈਨਾਂਸ ਡਿਪਾਰਟਮੈਂਟ ਕੋਲੋਂ ਇਹ ਐਗਰੀ ਕਰਕੇ ਕਿ ਹਾਂਜੀ ਸਾਡਾ ਏਰੀਅਰ ਨਹੀਂ ਬਣਦਾ, ਤਾਂ ਫਿਰ ਵੀ ਇਹ ਕਹਿੰਦੇ ਆ ਕਿ ਹੁਣ ਇਹਨਾਂ ਨੇ ਆਪਣਾ ਤਰਕ ਬਣਾ ਲਿਆ ਕਿ ਵੀ ਸਾਡਾ ਏਰੀਅਰ ਬਣਦਾ। ਤੇ ਅਸੀਂ ਇਹਨਾਂ ਨੂੰ ਕਿਹਾ ਵੀ ਹੁਣ ਅਸੀਂ ਦੁਬਾਰਾ ਤੁਹਾਡਾ ਫਾਈਨਾਂਸ ਡਿਪਾਰਟਮੈਂਟ ਨੂੰ ਕੰਸੀਡਰ ਕਰਨ ਲਈ ਭੇਜ ਦਿੰਦੇ ਹਾਂ। ਇਨਕਰੀਮੈਂਟ ਦੇ ਰਹੇ ਹਾਂ ਅਸੀਂ ਇਹਨਾਂ ਨੂੰ। ਉਹ ਇਹਨਾਂ ਦਾ ਇਨਕਰੀਮੈਂਟ ਦਾ ਇਹ ਹੈਗਾ ਵੀ ਸਾਨੂੰ ਵਧੀ ਹੋਈ ਪੇ ਤੇ ਘਟੀ ਹੋਈ ਪੇ ਤੇ ਇਹਨਾਂ ਦਾ ਕੋਈ ਇਸ਼ੂ ਹੈਗਾ, ਉਹ ਸਾਨੂੰ ਕਲੀਅਰ ਨਹੀਂ ਕਰ ਰਹੇ। ਇਹ ਇਨਕਰੀਮੈਂਟ ਕਦੋਂ ਲੱਗਿਆ ਸੀਗਾ? 2018 ਤੋਂ ਪਹਿਲਾਂ 3-4 ਸਾਲ ਇਹਨਾਂ ਨੂੰ ਲੱਗਿਆ ਸੀਗਾ, ਉਸ ਤੋਂ ਬਾਅਦ ਇਹਨਾਂ ਦੀ ਪੇ ਵਧੀ, ਉਸ ਤੋਂ ਬਾਅਦ ਫਾਈਨਾਂਸ ਡਿਪਾਰਟਮੈਂਟ ਕੋਲ ਅਸੀਂ ਕੇਸ ਭੇਜਿਆ ਵੀ ਇਹਨਾਂ ਦੀ ਇਨਕਰੀਮੈਂਟ ਕਿੰਨੀ ਲੱਗਣੀ ਹੈ। ਜਿੰਨੀ ਉਹਨਾਂ ਨੇ ਇਨਕਰੀਮੈਂਟ ਕਹੀ ਉਹ ਜਿਨ੍ਹਾਂ ਮੁਲਾਜ਼ਮਾਂ ਨੇ ਸਾਨੂੰ ਅਸੈਪਟੈਂਸ ਦੇ ਦਿੱਤੀ ਉਹਨਾਂ ਦੀ ਲਾਤੀ, ਇਹ ਅਸੈਪਟੈਂਸ ਹੀ ਨਹੀਂ ਦੇ ਰਹੇ ਸੀਗੇ ਆਪਣੀਆਂ। ਇਹਨਾਂ ਨੂੰ ਏਰੀਅਰ ਦਾ ਜਿਹੜਾ ਇਹਨਾਂ ਦਾ ਨਹੀਂ ਬਣਦਾ ਸੀਗਾ ਉਹ ਹੁਣ ਫਾਈਨਾਂਸ ਡਿਪਾਰਟਮੈਂਟ ਅਗਰ ਕਹੇਗਾ ਤਾਂ ਹੀ ਦੇ ਸਕਦੇ ਹਾਂ, ਵਿਦਆਊਟ ਦਾ ਪਰਮਿਸ਼ਨ ਆਫ ਫਾਈਨਾਂਸ ਡਿਪਾਰਟਮੈਂਟ ਅਸੀਂ ਦੇ ਨਹੀਂ ਸਕਦੇ। ਸੀਐਮ ਸਾਹਿਬ ਜ਼ੋਰ ਦੇ ਰਹੇ ਨੇ ਕਿ ਕਿਸਾਨਾਂ ਨੂੰ ਡਾਇਰੈਕਟ ਸੀਡਿੰਗ ਆਫ ਰਾਈਸ ਟੈਕਨੀਕ ਵੱਲ ਜਾਣਾ ਚਾਹੀਦਾ, ਪਰ ਇਹ ਲੋਕ ਇੱਥੇ ਬੈਠੇ ਨੇ ਜੀ, ਇਹ ਕਹਿ ਰਹੇ ਨੇ ਜੇ ਅਸੀਂ ਧਰਨੇ ਤੇ ਬੈਠਾਂਗੇ ਫਿਰ ਅਸੀਂ ਤਾਂ ਉਹ ਟੈਕਨੀਕ ਵੱਲ ਲੋਕਾਂ ਨੂੰ ਲੈ ਕੇ ਜਾਣਾ। ਬਿਲਕੁਲ, ਇਹਨਾਂ ਨੂੰ ਹੁਣ ਮੈਂ ਬੇਨਤੀ ਕੀਤੀ ਹੈ ਕਿ ਇਕੱਲੇ ਸੀਐਮ ਸਾਹਿਬ ਦਾ ਜ਼ੋਰ ਨਹੀਂ ਲੱਗਿਆ, ਸਾਰੇ ਸਮਾਜ ਦਾ ਜ਼ੋਰ ਲੱਗਿਆ ਹੋਇਆ ਹੈ। ਸਾਰਾ ਸਮਾਜ ਇਸ ਮਾਮਲੇ ਵਿੱਚ ਜ਼ੋਰ ਲਾ ਰਿਹਾ ਕਿ ਅਸੀਂ DSR ਤਕਨੀਕ ਵੱਲ ਜਾਈਏ।
ਅਗਰ ਇਹ ਉਸ ਕਾਮਨ ਕਾਜ਼ ਵਿੱਚ ਹਿੱਸਾ ਨਹੀਂ ਪਾ ਰਹੇ ਤਾਂ ਇਹਦਾ ਮਤਲਬ ਇਹ ਆਪਣੀ ਡਿਊਟੀ ਤੋਂ ਪਿੱਛੇ ਹਟ ਰਹੇ ਆ। ਤਾਂ ਇਹਨਾਂ ਨੂੰ ਇਹ ਮੈਂ ਪੁਰਜੋਰ ਅਪੀਲ ਕਰਦਾ ਤੁਹਾਡੇ ਰਾਹੀਂ ਵੀ ਕਿ ਭਾਈ ਆਪਣੀ ਡਿਊਟੀ ਤੇ ਜਾਓ, ਕਿਸਾਨਾਂ ਨੂੰ ਗਾਈਡ ਕਰੋ, ਤਾਂ ਜੋ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਦਾ ਜਦੋਂ ਪਾਣੀ ਇੰਨਾ ਥੱਲੇ ਡਿੱਗ ਰਿਹਾ ਤਾਂ ਇਹਨੂੰ ਆਪਾਂ ਰਲ ਕੇ ਬਚਾਈਏ। ਤੇ ਤੁਹਾਡੇ ਜਿੰਨੇ ਵੀ ਮਸਲੇ ਨੇ ਉਹ ਮੈਂ ਬਾਕੀ ਐਕਸੈਪਟ ਕਰ ਲੈਣੇ, ਏਰੀਆ ਵਾਲਾ ਮਸਲਾ ਫਾਈਨਾਂਸ ਨੂੰ ਭੇਜ ਦਾਂਗੇ। ਇਹਨਾਂ ਦੀ ਅਸੀਂ ਕੋਈ ਵੀ ਮੰਗ ਇਹੋ ਜਿਹੀ ਨਹੀਂ ਜਿਹੜੀ ਅਸੀਂ ਪਹਿਲਾਂ ਨਾ ਮੰਨੀ ਹੋਵੇ।